परम सत्कारयोग सतगुरां दी सजी और नवाजी हुई साध संगत जीओ। आप माई भाई काफ़ी समय तो गुरमुख प्यारिਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਸੀ। आओ हुण आपां सारे रल मिल के गुरबाणी दियां विचारां करन दा यतन करिए जो गुरबाणी दे विच सतगुरु महाराज जी फरमान करदे ने। की कहंदे ने, आओ सुनिए जरा। कर किरपा अपने कर आया ता मिलिया सखियां काज रचाया। खेल देख मन नंद पिया साहो ब्याहण आया। गुरु नानक देव महाराज जी कहते जद अपनी मेहर राही कंत मेरे धाम विच आ गया। धाम किनू कहा? शरीर नू। तद मेरिया सहेलियां ने इकट्ठे होके ब्याह का प्रबंध किया। किहड़े ब्याह की गल करदे ने, कादी गल करदे? किहड़ियां सहेलियां, किहड़ियां सखियां? जिहड़े गुरमुख प्यारे साडे अंदर आत्मा ते परमात्मा। परमात्मा है पति, आत्मा है पत्नी। फिर जिहड़े सखियां सहेलियां ने काम क्रोध लोभ मोह अहंकार 9 निधियां 18 सिद्धियां, ये सारियां गुरमुख प्यारिओ सखियां सहेलियां ने। इन्हां ने फिर रल मिल के सारा प्रबंध किया। इस खेड नूं वेख के मेरा चित्त बड़ा प्रसन्न हो गया। मेरा हरी ओ परमेश्वर लाड़ा मैनू ब्यान लई आया है। गावो कामन विवेक विचार हमरा कर आया जग जीवन पितार। सतगुरु जी कहंदे गायन करो है इस्त्रियो। सियानप अजे अते सोच विचार दे गीत हमरे कर आया जग जीवन पितार रहाओ। कहंदे मेरे ग्रह अंदर जगत दी जिंद जान मेरा कंत आया है, वो परमात्मा आया है। गुरुद्वारा हमरा ब्याहो जे हुआ साहा मिलिया तां जानिया। सतगुरु गुरु नानक देव महाराज जी कहते गुरां दे राही मेरा ब्याह हो गया। जद मैं अपने कंत नूं मिल पिया तद मैं उसनूं सियाण लिया है। तह लोक मोह शब्द रबिया है आप गया मन मनिया। उसका नाम तिन्ना जहाना अंदर बस रहा। जद मेरा हंकार निवृत्त हो गया मेरा चित्त बड़ा प्रसन्न हो गया है। अपना कारज आप सवारे होरन कारज न होए। जित कारज सत संतोख दिया धर्म है गुरमुख बुझै कोई। अपना काम स्वामी आप ही राज करता है। ये काम होर किसे पासों रास नहीं हो सकता। गुरां दे राही कोई बिरला पुरुष ही इस ब्याह नूं समझदा है जिस द्वारा सच सबर सिदक रहम ते ईमान पैदा हुंदे ने।
ਪੰਨਤ ਨਾਨਕ ਸਭਨਾ ਕਾ ਪਿਰੇ ਕੋ ਸੋਈ। ਜਿਸ ਨਉ ਨਦਰ ਕਰੇ ਸਾ ਸੁਹਾਗਣ ਹੋਈ। ਗੁਰੂ ਜੀ ਆਖਦੇ ਹਨ ਕੇਵਲ ਉਹੀ ਸੁਆਮੀ ਸਾਰਿਆਂ ਦਾ ਕੰਤ ਹੈ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਕੰਤ ਹੈ, ਜਿਸ ਉੱਤੇ ਉਹ ਹਰੀ ਆਪਣੀ ਮਿਹਰ ਦੀ ਨਜ਼ਰ ਧਰਦਾ ਹੈ। ਉਹ ਆਨੰਦ ਮਾਣਨ ਵਾਲੀ ਪਤਨੀ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ। ਗ੍ਰਹਿ ਬਨ ਸੰਸਰ ਸਹਿਜ ਸੁਪਾਈ। ਦੁਰਮਤ ਗਤ ਪਈ ਕਿਰਤ ਠਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਜੋ ਉਹ ਅਡੋਲਤਾ ਅੰਦਰ ਵਸਦਾ ਹੈ ਉਸ ਦੇ ਲਈ ਘਰ ਤੇ ਜੰਗਲ ਇੱਕ ਸਾਰ ਹੈ। ਜਿਹੜਾ ਅਡੋਲਤਾ ਅੰਦਰ ਵਸਦਾ ਨਾ, ਡੋਲਦਾ ਨਹੀਂ ਹੈ, ਉਹਦੇ ਲਈ ਘਰ ਜੰਗਲ ਇੱਕ ਸਾਰ ਹੈ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਉਸ ਦੀ ਮੰਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੀ ਸਿਫਤ ਸਲਾਘਾ ਉਸ ਦੀ ਜਗ੍ਹਾ ਮੱਲ ਲੈਂਦੀ ਹੈ। ਜਿਹੜੀ ਮੰਦੀ ਅਕਲ ਹੈ ਨਾ, ਮਾੜਾ ਸੋਚਣਾ, ਤਾਂ ਗੁਰਮੁਖ ਪਿਆਰਿਓ ਉਹ ਖਤਮ ਹੋ ਜਾਂਦੀ ਆ। ਉਹ ਖਤਮ ਹੋ ਜਾਂਦੀ ਆ ਜਿੱਥੇ ਜਿਹੜੀ ਮੰਦੀ ਅਕਲ ਦੀ ਜਗ੍ਹਾ ਉਹ ਖਤਮ ਹੋ ਜਾਂਦੀ ਆ, ਤਾਂ ਉੱਥੇ ਗੁਰਮੁਖ ਪਿਆਰਿਓ ਸਿਫਤ ਸਲਾਘਾ ਜਿਹੜੀ ਹੈ ਉਹ ਜਗ੍ਹਾ ਮੰਨ ਲੈਂਦੀ ਆ। ਜਿਹੜੀ ਮੰਦੀ ਅਕਲ ਉਹ ਖਤਮ ਹੋ ਜਾਂਦੀ ਆ। ਸੁਣਿਓ ਜਰਾ ਧਿਆਨ ਦੇ ਨਾਲ। ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ, ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਨੇ, ਜਪ ਤਪ ਕਰਨ ਵਾਲੀਆਂ ਰੂਹਾਂ ਨੇ, ਸਾਧੂ ਸੰਤ ਰੱਬ ਦੇ ਪਿਆਰੇ ਮਹਾਪੁਰਸ਼ ਨੇ ਜਿਹੜੇ ਪੂਰਨ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ। ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ। ਹਾਂ, ਫੁੱਲ ਨੂੰ ਫੁੱਲ ਕਹਿਣਾ ਕੋਈ ਨਿੰਦਿਆ ਨਹੀਂ, ਕੰਡੇ ਨੂੰ ਕੰਡਾ ਕਹਿਣਾ ਕੋਈ ਨਿੰਦਿਆ ਨਹੀਂ, ਸੱਚ ਕਹਿਣਾ ਉਹ ਕੋਈ ਨਿੰਦਿਆ ਨਹੀਂ ਹੁੰਦੀ। ਗੱਲ ਸੱਚੀ ਹੋਵੇ ਉਹਨੂੰ ਝੂਠ ਬਣਾ ਕੇ ਕਿਹਾ ਜਾਵੇ ਉਹਨੂੰ ਨਿੰਦਿਆ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਹੀਂ। ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿਨ ਲੋਭਿਆ ਨਰਕ ਕੋਰ ਪਵਨ। ਜਿਹੜੇ ਕਹਿੰਦੇ ਨਿੰਦਿਆ ਕਰਦੇ ਨੇ ਨਾ, ਉਹਨਾਂ ਨੂੰ ਨਰਕਾਂ ਦੇ ਵਿੱਚ ਵਾਸਾ ਮਿਲਦਾ। ਆਖੋ ਸਤਨਾਮ। ਉਹਨਾਂ ਨੂੰ ਨਰਕਾਂ ਦੇ ਵਿੱਚ ਵਾਸਾ ਮਿਲਦਾ। ਮਹਾਰਾਜ ਜੀ ਕਹਿੰਦੇ ਜਿਹੜੇ ਨਿੰਦਿਆ ਕਰਦੇ ਨੇ ਕਿਸੇ ਦੀ ਵੀ, ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਨਿੰਦਿਆ ਭਲੀ ਕਿਸੇ ਕੀ ਨਹੀਂ। ਕਹਿੰਦੇ ਕੋਈ ਭਲੀ ਨਹੀਂ ਹੈ ਨਿੰਦਿਆ, ਵਧੀਆ ਨਹੀਂ ਹੈ ਕਿਸੇ ਦੀ ਨਿੰਦਿਆ ਕਰਨੀ। ਇਸ ਕਰਕੇ ਗੁਰੂ ਘਰ ਦੇ ਵਿੱਚ ਲੋਕੀ ਆ ਕੇ ਨਹੀਂ ਹਟਦੇ। ਉੱਥੇ ਵੀ ਟਿਕਾ ਟਿੱਪਣੀਆਂ, ਕੋਈ ਕਿਧਰੇ ਨੂੰ, ਕੋਈ ਕਿਵੇਂ, ਕੋਈ ਕਿਵੇਂ। ਜਿਹੜੀ ਮੰਦੀ ਅਕਲ ਆ ਨਾ ਘਰਾਂ ਦੇ ਵਿੱਚ ਵਰਤਦੇ ਆ, ਉਹੀ ਮੰਦੀ ਅਕਲ ਅਸੀਂ ਗੁਰੂ ਘਰਾਂ ਦੇ ਵਿੱਚ ਲਿਆਂਦੇ ਆ। ਮਹਾਰਾਜ ਨੇ ਕਿਹਾ ਸਾਥ ਨਾ ਲੀਜੇ ਕੋਈ। ਜਦੋਂ ਗੁਰੂ ਨੂੰ ਮਿਲਣ ਵਾਸਤੇ ਜਾਣਾ ਵੀ ਨਾਲ ਨਹੀਂ ਕਿਸੇ ਨੂੰ ਲੈ ਕੇ ਜਾਣਾ। ਇਹਦਾ ਮਤਲਬ ਇਹ ਨਹੀਂ ਵੀ ਕਿਤੇ ਸੰਗਤ ਨੂੰ ਨਾਲ ਲੈ ਕੇ ਆਣਾ। ਉਹ ਕਹਿੰਦੇ ਜਿਹੜੀ ਮੰਦੀ ਅਕਲ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਮੰਦੇ ਵਕਾਰ ਨੇ, ਇਹਨਾਂ ਨੂੰ ਘਰੀ ਛੱਡ ਕੇ ਆਣਾ। ਆਖੋ ਸਤਨਾਮ। ਫਿਰ ਕੁਛ ਪੱਲੇ ਪਵੇਗਾ ਜਦੋਂ ਮੰਦੀ ਅਕਲ ਨੂੰ ਘਰੇ ਛੱਡ ਕੇ ਆਵਾਂਗੇ। ਤਾਂ ਗੁਰਮੁਖ ਪਿਆਰਿਓ ਮੰਦੀ ਅਕਲ ਖਤਮ ਹੋ ਜਾਂਦੀ ਹੈ ਤੇ ਉੱਥੇ ਚੰਗੇ ਵਿਚਾਰਵਾਨ ਵਿਚਾਰ ਪ੍ਰਕਾਸ਼ ਹੋ ਜਾਂਦੇ ਨੇ। ਰੱਬ ਦੇ ਪਿਆਰੇ ਕਿਸੇ ਦੀ ਨਿੰਦਿਆ ਨਹੀਂ ਕਰਦੇ। ਉਹਨਾਂ ਨੂੰ ਸਾਰੇ ਆਪਣੇ ਲੱਗਦੇ ਨੇ, ਪਰ ਲੋਕੀ ਆਪਣੇ ਨਹੀਂ ਸਮਝਦੇ। ਉਹ ਸਭਨਾਂ ਨੂੰ ਆਪਣੀ ਸਮਝਦੇ ਨੇ ਵੀ ਸਾਡੀ ਭੈਣ ਭਾਈ ਨੇ, ਸਾਰੀ ਪਰਿਵਾਰ ਸਾਡਾ ਹੈ, ਪਰ ਗੁਰਮੁਖ ਪਿਆਰੇ ਲੋਕੀ ਨਹੀਂ ਸਮਝਦੇ। ਮੈਂ ਬੜਾ ਪ੍ਰੈਕਟੀਕਲ ਕਰਕੇ ਦੇਖਿਆ ਹੈ। ਜਿੰਨੀ ਮਰਜ਼ੀ ਤੁਸੀਂ ਜਿੰਦ ਜਾਨ ਲਾ ਦੋ ਨਾ, ਫਿਰ ਵੀ ਲੋਕੀ ਖੁਸ਼ ਨਹੀਂ ਹੁੰਦੇ। ਰਹੋ ਵਿਚਾਰ। ਤਾਂ ਗੁਰਮੁਖ ਪਿਆਰਿਓ ਮੰਦੀ ਅਕਲ ਦੂਰ ਹੋ ਜਾਂਦੀ ਹੈ
ਅਤੇ ਵਾਹਿਗੁਰੂ ਦੀ ਸਿਫਤ ਸਲਾਘਾ ਜਿਹੜੀਆਂ ਸਿਫਤਾਂ ਕਰਦੀਆਂ ਨੇ ਨਾ, ਆਹ ਸਿਫਤਾਂ ਫਿਰ ਵਾਹਿਗੁਰੂ ਦੀਆਂ ਮੰਦੀ ਅਕਲ ਦੀ ਜਗ੍ਹਾ ਆ ਵਸ ਜਾਂਦੀਆਂ ਨੇ, ਫਿਰ ਮੰਦੀ ਅਕਲ ਰਹਿ ਜਾਂਦੀ। ਤਾਂ ਗੁਰਮੁਖ ਪਿਆਰਿਓ, ਅੱਗੇ ਮਹਾਰਾਜ ਜੀ ਕਹਿੰਦੇ, ਸੱਚ ਪੌੜੀ ਸਾਚੋ ਮੁਖ ਨਾਓ, ਸਤਿਗੁਰ ਸੇਵੇ ਪਾਏ ਨਿਜ ਥਾਓ। ਸੱਚੀ ਪੌੜੀ ਸਾਚੋ ਮੁਖ ਨਾਓ, ਕਹਿੰਦੇ ਮੂੰਹ ਦੇ ਨਾਲ ਸੱਚ ਨਾਮ ਦਾ ਉਚਾਰਨ ਕਰਨਾ। ਸਾਈਂ ਕੋਲ ਅੱਪੜਨ ਲਈ ਸੱਚੀ ਸੀੜੀ ਹੈ, ਸੀੜੀ ਕਹਿੰਦੇ ਨੇ ਪੌੜੀ ਨੂੰ। ਸਤਿਗੁਰ ਸੇਵ ਪਾਏ ਨਿਜ ਥਾਓ, ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਬੰਦਾ ਆਪਣੀ ਨਿਜ ਦੀ ਜਗ੍ਹਾ ਲੱਭ ਲੈਂਦਾ। ਆਪਣੀ ਨਿਜ ਦੀ ਜਗ੍ਹਾ ਉਹ ਕਿਹੜੀ ਹੈ? ਨਿਜ ਦੀ ਜਗ੍ਹਾ ਜਿਹੜੀ ਆਪਣੀ ਆ, ਸੱਚਖੰਡ ਵਸੈ ਨਿਰੰਕਾਰ। ਜਿੱਥੇ ਨਿਰੰਕਾਰ ਵਸਦਾ ਹੈ ਉਹ ਸਾਡੀ ਨਿਜ ਦੀ ਜਗ੍ਹਾ, ਉੱਥੇ ਅਸੀਂ ਨੇ ਜਾ ਕੇ ਪ੍ਰਵੇਸ਼ ਕਰਨਾ, ਉੱਥੋਂ ਹੀ ਆਏ ਆ। ਇਹ ਤਾਂ ਜਿਵੇਂ ਹੁਣ ਆਪਾਂ ਮੰਨ ਲਓ ਵੀ ਆਪਣਾ ਨਗਰ ਹੈ, ਇੱਥੋਂ ਆਪਾਂ ਯਾਤਰਾ ਕਰਨ ਵਾਸਤੇ ਜਾਂਦੇ ਕਿਤੇ 5-10 ਦਿਨ, ਜਿੱਥੇ ਜਾਂਦੇ ਆਪਾਂ ਰਹਿੰਦੇ ਆ, ਉਹ ਆਪਣੀ ਜਗ੍ਹਾ ਥੋੜੂ ਆ ਉਹ ਨਿਜ ਦੀ। ਆਪਣੀ ਜਗ੍ਹਾ ਤਾਂ ਪਿੰਡ ਬਿਨਾ ਹੇੜੀ ਆ ਗਈ ਸਮਝ ਲਓ। ਉਹ ਜਿੱਥੇ ਜਾ ਕੇ ਆਪਾਂ ਰਹਿੰਦੇ ਆ ਉੱਥੋਂ ਤਾਂ ਆਪਾਂ ਨੂੰ ਆਉਣਾ ਪੈਣਾ ਨਾ। ਹੋ ਸਕਦਾ ਵੀ 2 ਦਿਨ ਵੱਧ ਲਾ ਦਈਏ, ਪਰ ਮੁੜ ਕੇ ਵਾਪਸ ਤਾਂ ਇੱਥੇ ਆਉਣਾ ਪੈਣਾ ਨਾ। ਇਸੇ ਤਰ੍ਹਾਂ ਜਿਹੜਾ ਆ ਸੰਸਾਰ ਦੇ ਉੱਤੇ ਆਏ ਆ, ਇਹ ਸਾਡੀ ਨਿਜ ਦੀ ਜਗ੍ਹਾ ਨਹੀਂ, ਜਿਹਨੂੰ ਆਪਣੀ ਜਗ੍ਹਾ ਬਣਾਈ ਬੈਠਾ। ਜੇ ਯਾਤਰਾ ਸਥਾਨਾਂ ਦੇ ਉੱਤੇ ਜਾ ਕੇ ਬੰਦਾ 5-10 ਦਿਨ ਲਾ ਕੇ ਕਹੇ ਵੀ ਇਹ ਤਾਂ ਮੇਰੀ ਕਮਰਾ ਬਈ, ਕਿਹੜਾ ਛਡਾਲੂ ਮੇਰੇ ਤੋਂ, ਕੌਣ ਹੈ ਜਾ, ਫਿਰ ਕੀ ਕਹਾਂਗੇ ਆਪਾਂ? ਕਹਾਂਗੇ ਯਾਰ ਮੂਰਖ ਹੈ। ਤਾਂ ਉਹ ਭਾਈ ਉਹ ਮੂਰਖਾ, ਆਪਾਂ ਤਾਂ ਉਹਰੇ ਯਾਤਰਾ ਕਰਨ ਵਾਸਤੇ ਆਏ ਆ, ਤੂੰ ਇੱਥੇ ਆਪਣੀ ਕਮਰਾ ਬਣਾ ਕੇ ਬਹਿ ਗਿਆ, ਇਹਨੂੰ ਚੱਲ ਚੱਲੀਏ ਛੱਡਣਾ ਪੈਣਾ ਹੈ। ਆਖੋ ਸਤਨਾਮ। ਆ ਜਿਹੜਾ ਸੰਸਾਰ ਹੈ ਇਹ ਸਾਡਾ ਨਿਜ ਦਾ ਸਥਾਨ ਨਹੀਂ ਹੈ, ਇੱਥੋਂ ਇੱਕ ਦਿਨ ਜਾਣਾ ਪੈਣਾ, ਪਤਾ ਕੋਈ ਨਹੀਂ ਕਦੋਂ ਜਾਣਾ ਪੈ ਜਾਵੇ। ਸਾਡਾ ਨਿਜ ਦਾ ਸਥਾਨ ਜਿੱਥੋਂ ਅਸੀਂ ਆਇਆ, ਜਿੱਥੋਂ ਅਸੀਂ ਗਏ ਤੇ ਯਾਤਰਾ ਤੇ, ਉੱਥੋਂ ਯਾਤਰਾ ਕਰਕੇ ਘੁੰਮ ਫਿਰ ਕੇ ਦੇਖ ਕੇ ਦਰਸ਼ਨ ਮੇਲੇ ਕਰਕੇ ਫਿਰ ਆਪਾਂ ਨੂੰ ਵਾਪਸ ਆਪਣੇ ਘਰ ਆਉਣਾ ਪੈਣਾ। ਸਾਡਾ ਘਰ ਇਹ ਨਹੀਂ, ਇਹ ਨਹੀਂ ਤੇਰਾ ਦੇਸ ਮਨਾ ਪਰਦੇਸੀਆ, ਓਏ ਇਹ ਨਹੀਂ ਤੇਰਾ ਦੇਸ ਮਨਾ ਪਰਦੇਸੀਆ। ਆ ਸਾਡਾ ਦੇਸ਼ ਨਹੀਂ ਹੈ, ਇੱਥੇ ਤਾਂ ਅਸੀਂ ਪਰਦੇਸੀ ਹਾਂ, ਚਲੇ ਜਾਣਾ ਇੱਕ ਦਿਨ। ਸਾਡਾ ਦੇਸ਼ ਕੋਈ ਹੋਰ ਆ, ਜਿੱਥੇ ਜਾਣਾ ਉਹਦਾ ਖਿਆਲ ਕਰ ਲਓ ਵੀ ਉੱਥੇ ਜਾਣਾ ਭਾਈ। ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਦੇ ਕੋਲੋਂ ਆਇਆ ਤੇ ਨਿਰੰਕਾਰ ਦੇ ਕੋਲ ਹੀ ਅਸੀਂ ਜਾਣਾ, ਉੱਥੇ ਹੀ ਭੇਦ ਹੋਣਾ। ਅੱਗੇ ਕੀ ਕਹਿੰਦੇ ਨੇ? ਮਨ ਚੂਰੇ ਖਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ। ਰਹਾਉ ਆਪਣੇ ਆਪ ਦਾ ਮਾਰਨਾ ਹੀ ਸਿਆਂ ਸਾਤਰਾਂ ਦਾ ਗਿਆਨ ਆ। ਆਪਣੇ ਆਪ ਨੂੰ ਮਾਰਨਾ, ਹੁਣ ਤੁਸੀਂ ਕਹੋਗੇ ਜੀ ਆਪਣੇ ਆਪ ਨੂੰ ਮਾਰਨਾ, ਆ ਦਰਿਆਵੀ ਮਾਰਨੇ ਦੀ ਗੱਲ ਨਹੀਂ ਕੀਤੀ। ਆਪਣੇ ਮਨ ਨੂੰ ਮਾਰਨਾ, ਆਪਣੇ ਮਨ ਦੇ ਫੁਰਨਿਆਂ ਨੂੰ ਮਾਰਨਾ, ਈਰਖਾ ਦਵੈਸ ਨੂੰ ਮਾਰਨਾ, ਨਿੰਦਿਆ ਚੁਗਲੀ ਨੂੰ ਮਾਰਨਾ, ਇਹਨਾਂ ਨੂੰ ਮਾਰਨਾ ਹੀ ਸੇ ਸ਼ਾਸਤਰਾਂ ਦਾ ਗਿਆਨ ਹੈ। ਸਰਬ ਜੋਤ ਪੂਰਨ ਭਗਵਾਨ। ਰਹਾਉ ਕਹਿੰਦੇ ਪ੍ਰਭੂ ਦਾ ਪ੍ਰਕਾਸ਼ ਸਾਰੇ ਅੰਦਰ ਪਰਿਪੂਰਨ ਹੋ ਰਿਹਾ ਹੈ। ਸਾਡੇ ਸਾਰਿਆਂ ਦੇ ਵਿੱਚ ਭਾਈ ਪਰਮੇਸ਼ਰ ਦਾ ਪ੍ਰਕਾਸ਼ ਹੈ। ਤਦ ਹੀ ਦੇਖ ਰਹੇ ਹਾਂ, ਤਦ ਹੀ ਬੋਲ ਰਹੇ ਹਾਂ, ਤਦ ਹੀ ਖਾ ਪੀ ਰਹੇ ਹਾਂ। ਜਿੱਦੇ ਵਾਹਿਗੁਰੂ ਪਰਮੇਸ਼ਰ ਦਾ ਪ੍ਰਕਾਸ਼ ਨਾ ਰਿਹਾ, ਫਿਰ ਗੁਰਮੁਖ ਪਿਆਰੇ ਚਾਰ ਭਾਈ ਚੁੱਕ ਕੇ ਲੈ ਜਾਂਦੇ ਨੇ। ਆਖੋ ਸਤਨਾਮ। ਉਹੀ ਸਰੀਰ ਹੁੰਦਾ ਜਿਹੜਾ ਹਿਲਦਾ ਨਹੀਂ, ਉਹੀ ਸਰੀਰ ਹੁੰਦਾ ਜਿਹੜਾ ਬੋਲਦਾ ਨਹੀਂ ਹੈ, ਅੱਖ ਵੀ ਝਮਕਦਾ ਨਹੀਂ ਹੈ, ਬੈਠ ਵੀ ਸਕਦਾ ਨਹੀਂ ਹੈ। ਇਸ ਕਰਕੇ ਗੁਰਮੁਖ ਪਿਆਰਿਓ
ਜਿੰਨਾ ਚਿਰ ਸਰੀਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪ੍ਰਕਾਸ਼ ਹੈ ਉਹਨਾਂ ਚਿਰੇ ਸਰੀਰ ਹੈ, ਉਦੋਂ ਬਾਅਦ 'ਚ ਨਹੀਂ। ਮੋਬਾਈਲ ਦੇ ਵਿੱਚੋਂ ਬੈਟਰੀ ਕੱਢ ਦਈਏ, ਕਾਹਦੇ ਕੰਮ ਦਾ ਹੈ? ਕੋਈ ਕੰਮ ਦਾ ਨਹੀਂ ਹੈ। ਮੋਬਾਈਲ ਦੇ ਵਿੱਚ ਬੈਟਰੀ ਹੈ, ਕੰਮ ਦਾ ਹੈ। ਹੁਣ ਮੋਬਾਈਲਾਂ ਦੇ ਵਿੱਚ ਬੈਟਰੀ ਪਾਈ ਹੋਈ ਚੱਲ ਰਿਹਾ, ਲਾਈਵ ਚੱਲ ਰਿਹਾ, ਫੇਸਬੁੱਕ ਦੇ YouTube ਦੇ ਉੱਪਰ ਬੜੇ ਦੇਖ ਰਹੇ ਨੇ, ਦੇਖਦੇ ਰਹਿਣਗੇ, ਬਾਅਦ 'ਚ ਵੀ ਦੇਖਣਗੇ, ਬੜਾ ਕੰਮ ਆ ਰਿਹਾ ਨਾ। ਜੇ ਮੋਬਾਈਲ ਦੇ ਵਿੱਚੋਂ ਬੈਟਰੀ ਕੱਢ ਦਈਏ, ਕੋਈ ਕੰਮ ਨਹੀਂ, ਇੱਥੇ ਨਹੀਂ ਟੰਗਿਆ ਜਾਵੇਗਾ, ਇਹ ਫਿਰ ਕਿਤੇ ਪੂਰਾ ਸਿੱਟ ਦਾਂਗੇ ਇਹਨੂੰ ਚੱਕ ਕੇ। ਇਸੇ ਲਈ ਸਾਡਾ ਸਰੀਰ ਜਿੰਨਾ ਚਿਰ ਪਰਮੇਸ਼ਰ ਦਾ ਪ੍ਰਕਾਸ਼ ਆ ਨਾ, ਉਨਾ ਚਿਰ ਹੀ ਕੰਮਦਾ ਹੈ, ਉਨਾ ਚਿਰ ਹੀ ਮਾਂ-ਬਾਪ ਵੀ ਪਿਆਰ ਕਰਨਗੇ, ਉਨਾ ਚਿਰ ਹੀ ਸਭ ਕੁਝ ਹੈ। ਜਦੋਂ ਪਰਮੇਸ਼ਰ ਦਾ ਪ੍ਰਕਾਸ਼ ਨਾ ਰਿਹਾ, ਇਹੀ ਸਰੀਰ ਡਰਾਉਣਾ ਲੱਗਣ ਲੱਗ ਜਾਂਦਾ ਹੈ। ਆਖੋ ਸਤਨਾਮ। ਅੱਗੇ ਸੁਣੋ ਕੀ ਕਹਿੰਦੇ ਨੇ। ਅਦਕ ਤਿਆਸ ਪੇਖ ਬਹੁ ਕਰੈ, ਦੁਖ ਵਿਖਿਆ ਸੁਖ ਤਨ ਪਰ ਹਰੈ। ਕਹਿੰਦੇ ਮਾਇਆ ਦੀ ਕਨੇਰੀ ਤ੍ਰੇਹੀ, ਮਾਇਆ ਦੀ ਬੜੀ ਪਿਆਸ ਬੰਦੇ ਪਾਸੋਂ ਬਹੁਤੇ ਮਜ਼ਬੀ ਪਹਿਰਾਵੇ ਧਾਰਨ ਕਰਾਉਂਦੀ ਹੈ। ਪਾਪ ਦੀ ਪੀੜ ਦੇਹ ਦੇ ਆਰਾਮ ਨੂੰ ਨਸ਼ਟ ਕਰ ਦਿੰਦੀ ਹੈ। ਜਿਹੜੀ ਪਾਪਾਂ ਵਾਲੀ ਪੀੜ ਹੈ ਨਾ, ਇਹ ਸਰੀਰ ਨੂੰ ਖਤਮ ਕਰ ਦਿੰਦੀ ਹੈ। ਕਾਮ ਕ੍ਰੋਧ ਅੰਤਰ ਤਨ ਹਰੈ, ਦੁਬਦਾ ਸੋੜ ਨਾਮ ਨਿਸਤਰੈ। ਵਿਸ਼ਾ ਅਤੇ ਗੁੱਸਾ ਆਤਮਾ ਦੀ ਦੌਲਤ ਨੂੰ ਚੁਰਾ ਲੈਂਦੇ ਹਨ। ਦਵੈਤ ਭਾਵ ਨੂੰ ਤਿਆਗ ਕੇ ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਜਾਂਦਾ। ਉਹ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬੰਦਾ ਬਚ ਜਾਂਦਾ। ਜੇ ਅਸੀਂ ਰੱਬ ਦਾ ਨਾਮ ਉਚਾਰਨ ਕਰਾਂਗੇ, ਰੱਬ ਦਾ ਨਾਮ ਜਪਾਂਗੇ ਨਾ, ਗੁਰਮੁਖ ਪਿਆਰਿਓ ਬਚ ਜਾਵਾਂਗੇ। ਚੰਗਾ ਪੜ੍ਹਨਾ, ਰੱਬ ਦੇ ਬਾਰੇ ਗਿਆਨ ਲੈਣਾ। ਆ ਮੇਰੇ ਹੁਣ ਯਾਦ ਆ ਗਈ ਗੱਲ, ਆਪਾਂ ਨੇ ਪੋਥੀਆਂ ਲਿਆਂਦੀਆਂ ਸੀ। ਦੇਖੋ, ਮੈਂ ਵੀ 2-3 ਵਾਰੀ ਲੌਸਮੈਂਟ ਕੀਤੀ ਆ ਵੀ ਭਾਈ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਂਦੀਆਂ ਨੇ, ਵੀ ਜਿਨ੍ਹਾਂ ਨੇ ਪੜ੍ਹਨੀਆਂ ਨੇ ਉਹ ਪੜ੍ਹ ਲਓ। 200 ਰੁਪਏ ਇੱਕ ਵਾਰੀ ਜਮ੍ਹਾਂ ਕਰਾਵਾਂਗੇ ਆਪਾਂ, ਮੁੜ ਕੇ ਨਹੀਂ ਵੀ ਉਹ ਪੜ੍ਹ ਕੇ ਵਾਪਸ ਕਰ ਦਿਓ, ਫਿਰ ਵਾਪਸ ਕਰ ਦਿਓ। ਇਸ ਤਰ੍ਹਾਂ 10-12 ਪੋਥੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀਆਂ ਬਣੀਆਂ ਹੋਈਆਂ ਨੇ। ਜੋ ਆ ਕਥਾ ਆਪਾਂ ਸੁਣਾਉਂਦੇ ਆ ਕੁਝ ਉਹ ਪੋਥੀਆਂ ਦੇ ਵਿੱਚ ਆ। 1-2 ਲੈ ਕੇ ਗਏ ਨੇ ਗੁਰਮੁਖ ਪਿਆਰੇ, ਬਾਕੀ ਦਾ ਮੇਰੇ ਖਿਆਲ ਖਾਨੀ ਭਾਈ ਸੁਣੇ ਹੀ ਨਹੀਂ ਕਿਸੇ ਨੂੰ। ਜੇ ਸੁਣ ਵੀ ਗਿਆ, ਹੁਣ ਅਗਲਾ ਕਹਿੰਦਾ ਛੱਡ ਪਰ ਯਾਰ ਕਿਹੜਾ ਪੜੂਗਾ, ਇਹ ਆਪਣਾ ਕੰਮ ਥੋੜੇ ਦਾ ਬਾਬਿਆਂ ਦਾ ਕੰਮ ਆ। ਪੋਥੀ ਲੈਣ ਦੀਆਂ ਉਹ ਭਰੀ ਪਈ ਆ ਪੇਟੀ, ਅੰਦਰ ਲਿਆਂਦੀ। ਜੇ ਲੌਸਮੈਂਟ ਕਰਦੇ ਉਹ ਭਾਈ ਗੁਰਦੁਆਰਾ ਸਾਹਿਬ 500 ਰੁਪਈਆ ਦਿੱਤਾ ਜਾਣਾ, ਸਾਰਿਆਂ ਨੂੰ ਮਾਫ ਕਰ ਦਿਓ। ਸਾਰਾ ਨਗਰ ਗੁਰਦੁਆਰਾ ਸਾਹਿਬ ਬੈਠਾ ਹੁੰਦਾ ਕਿ ਆਖੋ ਸਤਨਾਮ। ਕਿਉਂਕਿ ਉਹ ਮਾਇਆ ਸੀ ਨਾ, ਉਹ ਤਾਂ ਮਾਇਆ ਸੀ ਗੁਰਮੁਖ ਪਿਆਰੇ। ਇਹ ਤਾਂ ਦੁਨਿਆਵੀ ਧਨ ਸੀ, ਪਰ ਅਸੀਂ ਜਿਹੜਾ ਦੇ ਰਹੇ ਆ ਇਹ ਤਾਂ ਪਰਮਾਰਥੀ ਨਾਮ ਰੂਪੀ ਧਨ ਆ, ਜਿਹਦੇ ਬਿਨਾਂ ਸਰਦਾ ਨਹੀਂ ਹੈ। ਕਾਰਨ ਕੀ ਹੈ? ਗਿਆਨ ਨਹੀਂ ਹੈ। ਜੇ ਗਿਆਨ ਆਉਂਦਾ ਫਿਰ ਇੱਕ ਵੀ ਪੋਥੀ ਨਹੀਂ ਸੀ ਰਹਿਣੀ, ਸਭ ਲੈ ਜਾਣੀ ਸੀ। ਗਿਆਨ ਵੀ ਹੈ, ਅਗਲਾ ਕਹਿੰਦਾ ਕਿਹੜਾ ਮੱਥਾ ਮਾਰੂ, ਕਿਹੜਾ ਪੜੂਗਾ। ਬਾਬਾ ਜੀ ਕਥਾ ਕਰ ਦਿੰਦੇ, ਤੁਸੀਂ ਸੁਣ ਲਿਆ ਕਰਾਂਗੇ, ਘੰਟਾ ਹੀ ਬਹੁਤ ਆ। ਮਿਹਨਤ ਕਰਨੀ ਬੜੀ ਔਖੀ ਹੈ, ਬੜੀ ਔਖੀ ਹੈ ਕਮਾਈ ਕਰਨੀ ਨਾਮ ਦੀ। ਐਵੇਂ ਨਹੀਂ ਮਹਾਰਾਜ ਜੀ ਨੇ ਆਖਿਆ, ਆਖਣਾ ਔਖਾ ਸਾਚਾ ਨਾਉ। ਗੁੜ ਖਾਂਦੇ ਆ ਨਾ, ਪੁੱਛ ਕੇ ਦੇਖੋ ਵੀ ਗੁੜ ਬਣਿਆ ਕਿਵੇਂ ਆ। ਪਹਿਲਾਂ ਗੰਨੇ ਨੂੰ ਵੱਢਦੇ ਆ, ਟੋਟੇ ਕਰਕੇ ਬੀਜਦੇ ਆ, ਫਿਰ ਉਹਨੂੰ ਉਹ ਬੜੇ ਗੰਨੇ ਬਣ ਜਾਂਦੇ ਨੇ। ਉਹਨੂੰ ਫਿਰ ਆਪਾਂ ਜੜ੍ਹਾਂ ਤੋਂ ਵੱਢਦੇ ਆ, ਫਿਰ ਘੜਦੇ ਆ, ਆਗ ਵੱਢਦੇ ਆ ਤੇ ਪੁਲੀਆਂ ਬੰਨ ਕੇ ਫਿਰ ਗੁਰਮੁਖ ਪਿਆਰਿਓ ਕੀ ਕਹਿੰਦੇ ਹੁੰਦੇ ਨੇ, ਕੋਲੂ ਜਾਂ ਚੱਕੀ ਜੀ ਚ ਪਾਉਂਦੇ ਨੇ, ਮੇਰੇ ਤਾਂ ਭੁੱਲ ਗਿਆ, ਨਿੱਕੇ ਹੁੰਦੇ ਯਾਦ ਹੁੰਦੇ ਜੀਆਂ। ਉਹਦੇ ਵਿੱਚ ਪੀੜਦੇ ਆ, ਘਲਾੜੀ ਦੇ ਵਿੱਚ ਪੀੜਦੇ ਆ ਗੰਨਾ। ਪੀੜ ਕੇ ਗੁਰਮੁਖ ਪਿਆਰਿਓ ਦੇਖੋ 2 ਪੁੜ ਚੱਲਦੇ ਹੁੰਦੇ ਨੇ, ਕਿੰਨਾ ਚਿੱਥਿਆ ਜਾਂਦਾ, ਉਹ ਕਚੂਰਾ ਕੱਢ ਦਿੰਦਾ।
ਉਹ ਪੀੜ ਕੇ ਫਿਰ ਗੁਰਮੁਖ ਪਿਆਰੇ ਉਹ ਗਰਮ ਹੁੰਦਾ ਰਸ, ਗਰਮ ਹੋ ਕੇ ਦੂਜੇ ਪਾਸੇ ਕਿੰਨਾ ਰਿੱਝਦਾ, ਕਿੰਨਾ ਰਿੱਝ ਕੇ ਰਿਝਾ ਕੇ ਕਿੰਨਾ ਕੁਝ ਕਰਕੇ ਫਿਰ ਗੁੜ ਬਣਦਾ। ਗੁੜ ਕਹਿਣਾ ਸੌਖਾ, ਗੁੜ ਬਣਨਾ ਬੜਾ ਔਖਾ। ਕਿੱਡੀ ਮੰਜ਼ਲਾ। ਸਰੋਂ ਦਾ ਤੇਲ ਕਹਿਣ ਨੂੰ ਤਾਂ ਸਰੋਂ ਦਾ ਤੇਲ ਆ, ਅੱਜ ਕੱਲ੍ਹ ਮੇਰੇ ਵਰਗਾ ਕਹਿੰਦਾ ਵਰਤਣ ਨਹੀਂ ਸਰੋਂ ਦਾ ਤੇਲ। ਸਰੋਂ ਨੂੰ ਪੁੱਛ ਕੇ ਦੇਖੋ, ਸਰੋਂ ਦੇ ਤੇਲ ਵੀ ਤੂੰ ਬਣਿਆ ਕਿੰਨਾ, ਕਿਵੇਂ ਬਣਿਆ ਤੂੰ। ਪਹਿਲਾਂ ਗੁਰਮੁਖ ਪਿਆਰੇ ਉਹਨੂੰ ਬੀਜਦੇ ਆ, ਫਿਰ ਸਰੋਂ ਨੂੰ ਵੱਢਦੇ ਆ, ਫਿਰ ਉਹਨੂੰ ਝਾੜਦੇ ਆ, ਸੁਕਾਉਂਦੇ ਆ, ਸੁਕਾ ਕੇ ਫਿਰ ਉਹਨੂੰ ਤੇਲ ਕਰਦੇ ਨਾ। ਕਿਵੇਂ ਉਹਨੂੰ ਪੀੜਿਆ ਜਾਂਦਾ, ਕਹਾਣੀ ਵਿੱਚ ਕਿੰਨੀ ਵਾਰ ਪੀੜਿਆ ਜਾਂਦਾ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਕਿੰਨਾ ਪੀੜ ਕੇ ਕਿੰਨਾ ਦੁੱਖ ਝੱਲ ਕੇ ਫਿਰ ਤੇਲ ਬਣਦਾ, ਫਿਰ ਨਿਕਲਦਾ ਤੇਲ। ਇਸ ਕਰਕੇ ਮਿਹਨਤ ਕਰਨੀ ਬੜੀ ਔਖੀ ਆ, ਪਰ ਜਦੋਂ ਮਿਹਨਤ ਕਰਕੇ ਗੁਰਮੁਖ ਪਿਆਰਿਓ ਤਿਆਰ ਹੋ ਜਾਵਾਂਗੇ ਨਾ, ਆਨੰਦ ਫਿਰ ਆਉਂਦਾ ਹੈ, ਫਿਰ ਵੱਖਰਾ। ਹੁਣ ਆਪਣੇ ਵਰਗਾ ਨਹਾ ਕੇ ਚੰਗੀ ਤਰ੍ਹਾਂ ਜੇ ਨਾ ਤੇਲ ਲਾਵੇ ਨਾ, ਉਹ ਖੁਸ਼ਕ ਜਾ ਰਹਿੰਦਾ। ਜਦੋਂ ਸਰੋਂ ਦਾ ਤੇਲ ਲੱਗਿਆ ਹੁੰਦਾ, ਉਹੀ ਬੰਦਾ ਹੁੰਦਾ ਲਿਸਕ ਜਾਂਦਾ। ਆਖੋ ਸਤਿਨਾਮ। ਖੁਸ਼ਕੀ ਸਭ ਚੱਕੀ ਜਾਂਦੀ ਆ। ਗੁੜ ਖਾ ਲੈਂਦੇ ਆ, ਕਿੰਨਾ ਆਨੰਦ ਆਉਂਦਾ। ਪਰ ਪੁੱਛ ਕੇ ਦੇਖੋ ਗੁੜ ਨੂੰ ਵੀ ਬਣਿਆ ਕਿਵੇਂ ਆ ਤੂੰ। ਤਾਂ ਗੁਰਮੁਖ ਪਿਆਰਿਓ ਸਰੋਂ ਨੂੰ ਪੁੱਛ ਕੇ ਦੇਖੋ ਵੀ ਤੇਲ ਨੂੰ ਪੁੱਛ ਕੇ ਦੇਖੋ ਵੀ ਕਿਵੇਂ ਬਣਿਆ। ਕਿੰਨੇ ਕਸ਼ਟ ਝੱਲਣੇ ਪੈਂਦੇ ਨੇ, ਕਿੰਨੇ ਦੁੱਖ ਝੱਲਣੇ ਪੈਂਦੇ ਨੇ, ਫਿਰ ਕਿਤੇ ਜਾ ਕੇ ਬਖਸ਼ਿਸ਼ਾਂ ਹੁੰਦੀਆਂ ਨੇ। ਰੱਬ ਦੇ ਪਿਆਰੇ ਸਾਧੂ ਸੰਤ ਜਿਹੜਾ ਐਵੇਂ ਨਹੀਂ ਬਣਿਆ ਜਾਂਦਾ ਹੈ, ਉਹ ਬੜਾ ਔਖਾ ਮਾਰਗ ਹੈ। ਬੜੀਆਂ ਔਖੀਆਂ ਮੰਜ਼ਿਲਾਂ ਨੇ, ਬੜੀਆਂ ਔਖੀਆਂ ਮੰਜ਼ਿਲਾਂ ਪਾਰ ਕਰਕੇ ਗੁਰਮੁਖ ਪਿਆਰਿਓ ਸਭ ਕੁਝ ਤਿਆਗ ਕੇ, ਘਰ-ਬਾਰ ਰਿਸ਼ਤੇਦਾਰੀਆਂ ਸਭ ਕੁਝ ਤਿਆਗ ਕੇ ਫਿਰ ਕਿਤੇ ਆ ਮੰਜ਼ਿਲਾਂ ਨੂੰ ਚੜ੍ਹਨਾ ਪੈਂਦਾ। ਫਿਰ ਕਿਤੇ ਜਾ ਕੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਆ। ਕਹਿਣੀ ਸੌਖਾ ਵੀ ਬਾਬੇ ਨੇ ਬਈ, ਪਰ ਬਣਨਾ ਬੜਾ ਔਖਾ। ਪਖੰਡੀ ਤਾਂ ਜਦੋਂ ਮਰਜ਼ੀ ਬਣ ਜਾਓ, ਚੋਲਾ ਪਾ ਲਓ, ਨਾਮ ਜਪਣ ਦੀ ਲੋੜ ਨਹੀਂ, ਬਸ ਠੀਕ ਆ ਵੀ ਦੇਖਣ ਨੂੰ ਤਾਂ ਲੱਗ ਜੂ ਵੀ ਬਾਬਾ ਹੈਗਾ। ਪਰ ਗੁਰਮੁਖ ਪਿਆਰਿਓ ਫਿਰ ਉਹੀ ਗੱਲ ਆ ਗਈ ਨਾ, ਭੇਖ ਨਹੀਂ ਚੱਲਦਾ। ਮਹਾਰਾਜ ਕਹਿੰਦੇ ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਲੀਨ। ਮਹਾਰਾਜ ਕਹਿੰਦੇ ਜਿਹੜੇ ਭੇਖ ਦਿਖਾਉਂਦੇ ਆ ਨਾ, ਉਹਨਾਂ ਦਾ ਵਾਸਾ ਫਿਰ ਨਰਕਾਂ ਦੇ ਵਿੱਚ ਹੁੰਦਾ। ਆਖੋ ਸਤਿਨਾਮ। ਇਸ ਕਰਕੇ ਬੜੀਆਂ ਉੱਚੀਆਂ ਔਖੀਆਂ ਮੰਜ਼ਿਲਾਂ ਨੇ। ਵਿਚਾਰ ਚੱਲ ਰਹੀ ਸੀ, ਪ੍ਰਭੂ ਦਾ ਪ੍ਰਕਾਸ਼ ਸਾਰਿਆਂ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ। ਅਦਕ ਤਿਆਸ ਭੇਖ ਬਹੁ ਕਰੈ। ਕਹਿੰਦੇ ਮਾਇਆ ਦੀ ਬੜੀ ਤ੍ਰੇਹ ਬੰਦੇ ਦੇ ਪਾਸੋਂ ਬਹੁਤੀ ਮਜ਼ਬੀ ਪਹਿਰਾਵੇ ਧਾਰਨ ਕਰਾਉਂਦੀ ਆ। ਦੁੱਖ ਵਿਖਿਆ ਸੁਖ ਤਨ ਪਰ ਹਰੈ, ਕਾਮ ਕ੍ਰੋਧ ਅੰਤਰ ਧਨ ਹਰੈ, ਦੁਬਦਾ ਸੋੜ ਨਾਮ ਨਿਸਤਰੈ। ਵਿਸੇ ਅਤੇ ਗੁੱਸਾ ਆਤਮਾ ਦੀ ਡੋਲਤਾ ਨੂੰ ਚੁਰਾ ਲੈਂਦਾ ਹੈ। ਦਵੈਤ ਭਾਵ ਨੂੰ ਤਿਆਗ ਕੇ ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਜਾਂਦਾ। ਕਹਿੰਦੇ ਜਦੋਂ ਇਹ ਦਵੈਤ ਭਾਵ ਈਰਖਾ ਨੂੰ ਤਿਆਗ ਦਿੰਦਾ ਹੈ, ਫਿਰ ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਹ ਬਚ ਜਾਂਦਾ ਹੈ। ਸਿਪਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਸਵਾਮੀ ਦੀ ਕੀਰਤੀ ਉਹ ਪਰਮੇਸ਼ਰ ਦੀ ਕੀਰਤੀ ਤੇ ਉਪਮਾ ਅੰਦਰ ਈਸ਼ਵਰੀ ਖੁਸ਼ੀ ਹੈ। ਜਦੋਂ ਪਰਮੇਸ਼ਰ ਦੀ ਕੀਰਤੀ ਕਰਾਂਗੇ ਨਾ, ਉਹਦੀ ਉਪਮਾ ਕਰਾਂਗੇ, ਫਿਰ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ। ਆਖੋ ਸਤਿਨਾਮ। ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ। ਪ੍ਰਭੂ ਦੀ ਪ੍ਰੀਤ ਪ੍ਰਾਣੀ ਦੀ ਮਿੱਤਰ ਤੇ ਸੰਬੰਧੀ ਹੈ। ਜਿਹੜਾ ਪ੍ਰਭੂ ਨੂੰ ਪ੍ਰੇਮ ਕਰਦੇ ਨਾ, ਪ੍ਰੀਤ ਕਰਦੇ ਆ, ਉਹ ਬੰਦੇ ਦੇ ਮਿੱਤਰ ਤੇ ਸੰਬੰਧੀ ਹੈ। ਉਹ ਆਸਲੀ ਮਿੱਤਰ, ਉਹ ਆਸਲੀ ਰਿਸ਼ਤੇਦਾਰ ਸੰਬੰਧੀ।
ਉਹਨੇ ਨਾਲ ਜਾਣਾ ਤੇਰੇ, ਹੋਰ ਨਹੀਂ ਕਿਸੇ ਨੇ ਤੇਰਾ ਸਾਥ ਨਿਭਾਣਾ। ਬਾਕੀ ਤਾਂ ਸਭ ਗੁਰਮੁਖ ਪਿਆਰਿਓ ਡੱਕਾ ਤੋੜ ਕੇ ਘਰਾਂ ਨੂੰ ਮੁੜ ਆਣਗੇ। ਵੀ ਲਓ ਵੀ ਮਿੱਤਰਾ, ਅੱਜ ਮੈਂ ਡੱਕਾ ਤੋੜ ਕੇ ਸਿੱਟਿਆ ਨਾ, ਅੱਜ ਤੋਂ ਬਾਅਦ ਤੇਰੀ ਮੇਰੀ ਆ ਡੱਕੇ ਵਾਂਗੂ ਟੁੱਟੀ, ਮੁੜ ਕੇ ਦੇਖੀ ਕਿਤੇ ਸੁਪਨੇ 'ਚ ਨਾ ਦਿਖਦੀ। ਆ ਹਾਲਤ ਆ ਸੰਸਾਰ ਦੀ। ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਨੂੰ, ਵਾਹਿਗੁਰੂ ਦੇ ਨਾਲ ਪ੍ਰੇਮ ਕਰਾਂਗੇ, ਉਹ ਸਾਡਾ ਅਸਲੀ ਮਿੱਤਰ ਹੈ, ਉਹ ਸਾਡਾ ਅਸਲੀ ਰਿਸ਼ਤੇਦਾਰ ਸੰਬੰਧੀ ਆ। ਉਸੇ ਨੇ ਗੁਰਮੁਖ ਪਿਆਰਿਓ ਸਾਡੇ ਸਾਥ ਨਿਭਾਣਾ, ਉਸੇ ਨੇ ਸਾਡਾ ਸਾਥ ਕੰਮ ਆਣਾ। ਜਿਹੜਾ ਕੰਮ ਆਉਂਦਾ ਉਹੀ ਆਪਾਂ ਮਿੱਤਰ ਸਮਝਦੇ ਹਾਂ ਇਹਨਾਂ ਨੂੰ। ਜਿਹੜਾ ਰਿਸ਼ਤੇਦਾਰ ਕੰਮ ਆਉਂਦਾ ਉਸ ਨੂੰ ਰਿਸ਼ਤੇਦਾਰ ਸਮਝਦੇ ਨਾ। ਜਿਹੜਾ ਰਿਸ਼ਤੇਦਾਰ ਕੰਮ ਹੀ ਨਹੀਂ ਆਇਆ, ਲੱਗਦਾ ਯਾਰ ਕੀ ਰਿਸ਼ਤੇਦਾਰੀ ਰੱਖਣੀ ਦੇ ਨਾਲ, ਤਾਂ ਬੰਦਾ ਹੀ ਨਹੀਂ ਕੰਮ ਦਾ ਹੈ, ਉਹਨੂੰ ਬੇਕਾਰ ਦੱਸ ਦਿੰਦੇ ਆ। ਇਸ ਕਰਕੇ ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਕਰਨੀ, ਔਰ ਇਹੀ ਬੰਦੇ ਦਾ ਮਿੱਤਰ ਹੈ, ਇਹੀ ਸੰਬੰਧੀ ਰਿਸ਼ਤੇਦਾਰ ਹੈ। ਆਪੇ ਕਰੇ ਆਪੇ ਬਖਸ਼ੰਦ, ਤਨ ਮਨ ਹਰ ਪਹਿ ਆਗੈ ਜਿੰਦ। ਹਰੀ ਆਪ ਸਭ ਕੁਝ ਕਰਨ ਵਾਲਾ ਹੈ ਅਤੇ ਆਪ ਹੀ ਮਾਫੀ ਦੇਣਹਾਰ। ਉਹ ਪਰਮੇਸ਼ਰ ਹੀ ਸਭ ਕੁਝ ਕਰਨ ਵਾਲਾ। ਆ ਸਾਡੇ ਸਰੀਰਾਂ ਦੇ ਵਿੱਚ ਪਰਮੇਸ਼ਰ ਆ, ਤਾਈਓ ਗੁਰਬਾਣੀ ਸੁਣ ਰਹੇ ਆ ਬੈਠੇ, ਤਾਈਓ ਕੰਮਕਾਰ ਕਰ ਰਹੇ ਆ ਬੈਠੇ, ਤਾਈਓ ਗੁਰਮੁਖ ਪਿਆਰਿਓ ਘਰ ਦੇ ਕੰਮਕਾਰ ਹੋਰ ਦੁਨਿਆਵੀ ਕੰਮਕਾਰ ਕਰ ਰਹੇ ਆ। ਸਮਝ ਲਓ ਇਹ ਸਾਡਾ ਸਰੀਰ ਨਹੀਂ ਕਰ ਰਿਹਾ। ਕੌਣ ਕਰ ਰਿਹਾ? ਜਿਹੜਾ ਸਾਡੇ ਸਰੀਰ ਦੇ ਵਿੱਚ ਪਰਮੇਸ਼ਰ ਆ ਨਾ, ਉਹ ਕਰ ਰਿਹਾ ਹੈ। ਜਿੱਦੇ ਪਰਮੇਸ਼ਰ ਨਹੀਂ ਰਿਹਾ, ਫਿਰ ਦਿਖਾਵੇ ਮੈਨੂੰ ਹਿੱਲ ਕੇ, ਬੰਦਾ ਵੀ ਹਿੱਲ ਜੂਗਾ ਪਿਆ। ਫਿਰ ਤਾਂ ਰਿਸ਼ਤੇਦਾਰ ਵੀ ਕਹਿਣ ਲੱਗੇ ਉਹ ਛੇਤੀ ਕਰੋ ਭਾਈ, ਛੇਤੀ ਕਰੋ, ਚਲੋ ਚਲੋ ਬੜਾ ਟਾਈਮ ਹੋ ਗਿਆ, ਚੱਕੋ ਕਰਾ। ਸਰੀਰ ਤਾਂ ਉਹੀ ਹੁੰਦਾ, ਲੱਤਾਂ ਬਾਹਾਂ ਸਿਰ ਮੱਥਾ ਕੰਨ ਨੱਕ, ਸਾਰਾ ਸਰੀਰ ਉਹੀ ਹੁੰਦਾ। ਕਿਉਂ ਨਹੀਂ ਹਿਲਦਾ ਹੈ? ਕਿਉਂਕਿ ਉਹਦੇ ਵਿੱਚ ਪਰਮੇਸ਼ਰ ਨਹੀਂ ਰਿਹਾ। ਆਖੋ ਸਤਨਾਮ। ਉਹਦੇ ਵਿੱਚ ਪਰਮੇਸ਼ਰ ਨਹੀਂ ਰਿਹਾ, ਉਹਦਾ ਨਿਵਾਸ ਨਹੀਂ ਰਿਹਾ ਹੈ। ਤਾਂ ਗੁਰਮੁਖ ਪਿਆਰਿਓ ਉਹ ਹਰੀ ਆਪ ਸਭ ਕੁਝ ਕਰਨ ਵਾਲਾ ਹੈ। ਉਹ ਸਾਡੇ ਸਰੀਰਾਂ ਦੇ ਵਿੱਚ ਵਰਤ ਕੇ ਸਭ ਕੁਝ ਕਰਦਾ ਹੈ। ਤਨ ਮਨ ਹਰ ਪਹਿ ਆਗੈ ਜਿੰਦ। ਮੇਰਾ ਸਰੀਰ ਤੇ ਆਤਮਾ ਇਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਨ ਅਤੇ ਮੇਰੀ ਜ਼ਿੰਦੜੀ ਉਸ ਦੇ ਹੁਕਮ ਅਧੀਨ ਹੈ। ਤਨ ਵੀ ਮਨ ਵੀ, ਜਿਹੜੀ ਜ਼ਿੰਦੜੀ ਹੈ, ਇਹ ਸਭ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅਧੀਨ ਨੇ। ਝੂਠ ਵਿਕਾਰ ਮਹਾ ਦੁਖ ਦੇਹ, ਪੇਖ ਬਰਨ ਤਿਸੈ ਸਭ ਕੀ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੂੜ ਅਤੇ ਬੱਦੀ ਬੜੀ ਤਕਲੀਫ ਦਿੰਦੇ ਨੇ। ਭਾਵ ਕਿ ਝੂਠ, ਝੂਠ ਬੇਕਾਰ ਮਾੜੇ ਕੰਮ, ਮਹਾ ਦੁੱਖ ਦੇਹ, ਇਹ ਦੋ ਚੀਜ਼ਾਂ ਮਹਾ ਵੱਡੇ ਦੁੱਖ ਦਿੰਦੇ ਨੇ। ਬੰਦਾ ਝੂਠ ਬੋਲ ਜੇ ਨਾ, ਇੱਕ ਝੂਠ ਬੋਲ ਕੇ, ਇੱਕ ਝੂਠ ਨੂੰ ਛੁਪਾਉਣ ਵਾਸਤੇ ਲੱਖਾਂ ਹੀ ਝੂਠ ਬੋਲਦਾ। ਆਖੋ ਸਤਨਾਮ। ਇੱਕ ਝੂਠ ਬੋਲਦਾ ਤਾਂ ਗੁਰਮੁਖ ਪਿਆਰਿਓ ਉਹ ਝੂਠ ਬੋਲਿਆ ਹੋਏ ਝੂਠ ਨੂੰ ਛੁਪਾਉਣ ਵਾਸਤੇ ਨਾ ਲੱਖਾਂ ਝੂਠ ਹੋਰ ਬੋਲੂਗਾ। ਬੇਕਾਰ ਨੇ ਜਿਹੜੇ ਇਹ ਦੁੱਖ ਦਿੰਦੇ ਨੇ, ਮਾੜੇ ਬੇਕਾਰ ਨੇ ਜਿਹੜੇ, ਇਹ ਵੀ ਬੰਦੇ ਨੂੰ ਬੜੇ ਤਕਲੀਫ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਅੱਗੇ ਸੁਣੋ, ਭੇਖ ਬਰਨ ਦਿਸੈ ਸਭ ਖੇਹ। ਕਹਿੰਦੇ ਸਾਰੀ ਜਿਹੜੇ ਭੇਖ ਨੇ ਨਾ, ਸਾਰੇ ਸੰਪਰਦਾਈ ਬਾਣੇ ਜਾਤਾਂ ਮਿੱਟੀ ਦੀ ਮਨਿੰਦ ਦਿਸਦੇ ਹਨ।
ਅੱਗੇ ਜਾਤ ਨਾ ਜੋਰ ਹੈ। ਉੱਥੇ ਜਾਤ ਜਾਂ ਕੋਈ ਭੇਖ ਉੱਥੇ ਨਹੀਂ ਚੱਲਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਬਖ ਕੱਢੇ ਜਜਮਾਲਿਆ। ਉੱਥੇ ਵੱਖਰੇ ਕੀਤਾ ਜਾਂਦਾ ਹੈ, ਉੱਥੇ ਚੁਣਿਆ ਜਾਂਦਾ, ਕੱਢਿਆ ਜਾਂਦਾ ਵੱਖ, ਵੀ ਕਿਹੜਾ ਸਹੀ ਹੈ ਕਿਹੜਾ ਗਲਤ ਆ। ਅੱਗੇ ਕੀ ਕਹਿੰਦੇ ਨੇ, ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ। ਜੋ ਜੰਮਿਆ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਇਹ ਨਾਨਕ ਕੇਵਲ ਸਾਹਿਬ ਦਾ ਭਾਣਾ ਹੀ ਅਮਰ ਹੈ। ਉਹ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਹੀ ਅਮਰ ਹੈ। ਉਹ ਵਾਹਿਗੁਰੂ ਦਾ ਪਰਮੇਸ਼ਰ ਦਾ ਭਾਣਾ ਹੀ ਸਾਨੂੰ ਮੰਨਣਾ ਪੈਣਾ ਹੈ। ਜਦੋਂ ਭਾਣੇ ਦੇ ਵਿੱਚ ਆ ਜਾਵਾਂਗੇ ਨਾ ਫਿਰ ਗੱਲ ਬਾਣੀ ਆ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣਾ ਭਾਣਾ ਚੱਲਦਾ ਨਾ ਉਹ ਫਿਰ ਚੋਟਾਂ ਖਾਂਦਾ ਹੈ, ਉਹ ਵਿਛੜ ਚੋਟਾਂ ਖਾਵੇ, ਉਹ ਦੁੱਖ ਚੱਲਦਾ ਹੈ। ਪਰਮੇਸ਼ਰ ਦੇ ਭਾਣੇ ਵਿੱਚ ਚੱਲਾਂਗੇ ਦੁੱਖ ਨਹੀਂ। ਪੁੱਤਰ ਬਾਪੂ ਦੇ ਹੁਕਮ ਦੇ ਵਿੱਚ ਚੱਲੂਗਾ ਨਾ ਉਹ ਠੀਕ ਰਹੂਗਾ, ਉਹਨੂੰ ਦੁੱਖ ਨਹੀਂ। ਜੇ ਬਾਪੂ ਦੇ ਹੁਕਮ ਤੋਂ ਉਲਟ ਚੱਲਿਆ ਨਾ ਪੁੱਤਰ, ਫਿਰ ਦੁੱਖ ਹੀ ਦੁੱਖ ਨੇ। ਆਖੋ ਸਤਨਾਮ। ਕਿਉਂਕਿ ਬਾਪੂ ਨੇ ਸਾਰੀ ਜ਼ਿੰਦਗੀ ਹੰਢਾਈ ਹੁੰਦੀ ਆ, ਉਹਨੂੰ ਪਤਾ ਹੁੰਦਾ ਵਾਧਾ ਘਾਟਾ ਦੇਖਿਆ ਹੁੰਦਾ, ਧੁੱਪ ਛਾਂ ਦੇਖੀ ਹੁੰਦੀ ਆ, ਕਿਰਤ ਕਮਾਈਆਂ ਕੀਤੀਆਂ ਹੁੰਦੀਆਂ ਨੇ, ਸਾਰਾ ਉਹਨਾਂ ਦਾ ਝੱਲਿਆ ਹੁੰਦਾ। ਹੁਣ ਜਿਹੜੀਆਂ ਸਾਡੀਆਂ ਪੁਰਾਣੀਆਂ ਬੀਬੀਆਂ ਨੇ ਕਿੱਡੇ ਕਿੱਡੇ ਕੰਮ ਕਰਦੇ ਸੀ, ਖੇਤੀ ਵੀ ਹੱਥੀਂ ਕਰਦੇ ਰਹੇ ਨੇ, ਗੁੱਡਣਾ, ਰੋਟੀਆਂ ਕਿੰਨੇ ਕਿੰਨੇ ਬੰਦਿਆਂ ਦੀਆਂ ਲਿਜਾਣੀਆਂ, ਕਿੰਨੇ ਕਿੰਨੇ ਬੰਦਿਆਂ ਦੀਆਂ ਰੋਟੀਆਂ ਲਿਜਾਣੀਆਂ। ਜੇ ਹੁਣ ਨਾ 15-20 ਭਈਏ ਲੱਗੇ ਹੁਣ ਕੰਮ, ਜੇ ਰੋਟੀ ਖਵਾਣੀ ਪੈ ਜੇ ਨਾ, ਦੇਖੋ ਫਿਰ ਕੀ ਹਾਲ ਹਿੱਲੇ ਨੇ, ਕੀ ਹੁੰਦਾ ਅੱਜ ਕੱਲ੍ਹ। ਇਸ ਕਰਕੇ ਗੁਰਮੁਖ ਪਿਆਰਿਓ, ਉਹ ਕਿਰਤ ਕਮਾਈਆਂ ਜਿਨ੍ਹਾਂ ਨੇ ਕੀਤੀਆਂ ਹੁੰਦੀਆਂ, ਹੁਣ ਅੱਧੀਆਂ ਲੜਾਈਆਂ ਤਾਂ ਇਹੀ ਘਰਾਂ 'ਚ ਪਈ ਜਾਂਦੀਆਂ ਨੇ। ਜਿਹੜੀਆਂ ਨਵੀਆਂ ਸਾਡੀਆਂ ਧੀਆਂ ਲੜਕੀਆਂ ਆਉਂਦੀਆਂ ਨੇ ਵਿਆਹ ਕੇ, ਕਿਉਂਕਿ ਪੁਰਾਣੀਆਂ ਮਾਈਆਂ ਦਾ ਕੰਮ ਜ਼ਿਆਦਾ ਕੀਤਾ ਹੁੰਦਾ, ਅੱਜ ਕੱਲ੍ਹ ਜਿਹੜਾ ਉਹ ਘੱਟ ਕੀਤਾ ਹੁੰਦਾ। ਉਹ ਫਿਰ ਜਿਹੜੀਆਂ ਮਾਈਆਂ ਪੁਰਾਣੀਆਂ ਨੇ ਉਹ ਇਹੀ ਚਾਹੁੰਦੀਆਂ ਨੇ ਵੀ ਸਾਡੇ ਜਿੰਨੀ ਕੰਮ ਹੋਣਾ ਚਾਹੀਦਾ ਜਿਵੇਂ ਅਸੀਂ ਕਰਦੇ ਰਹੇ ਹਾਂ, ਕਿਉਂਕਿ ਸਮਾਂ ਤਬਦੀਲੀ ਆਈ ਜਾਂਦੀ ਆ, ਬਦਲੀ ਜਾਂਦਾ ਹੈ। ਅੱਗੇ ਦਾ ਕੰਮ ਤੱਕ ਧਿਆਨ ਆਉਂਦਾ ਸੀ ਬੰਦੇ ਦਾ ਸਾਰਿਆਂ ਦੇ, ਹੁਣ ਮੋਬਾਈਲਾਂ ਤੱਕ ਧਿਆਨ ਆ, ਜਿਹਨੂੰ ਮਰਜ਼ੀ ਦੇਖ ਲਿਓ, ਹਰੇਕ ਟਿੱਕਾ ਟਿੱਕਣੀ ਜੀ ਕਰੀ ਜਾਊਗਾ ਉਹਨੂੰ ਬੈਠਾ। ਜੇ ਕੋਈ ਰਿਸ਼ਤੇਦਾਰ ਵੀ ਆ ਜਾਊ ਨਾ, ਰਿਸ਼ਤੇਦਾਰ ਨਾਲ ਗੱਲ ਉਹ ਘੱਟ ਕਰੂਗਾ, ਉਹ ਮੋਬਾਈਲ ਦੇ ਉੱਤੇ ਬਦਲ ਦੇਖੀ ਜਾਂਦਾ, ਕੋਈ ਨਾ ਕੋਈ ਬਾਬੇ ਦਾ ਵੀਡੀਓ ਆ ਗਈ, ਆ ਫਲਾਣੇ ਦੀ ਆ ਗਈ, ਧਿਮਕੇ ਦੀ ਆ ਗਈ, ਆ ਫਲਾਣਾ ਆ ਗਿਆ, ਖਬਰ ਆ ਗਈ, ਬਸ ਐਂ ਬੰਦਾ ਉਹ 'ਚ ਰੁੱਝਿਆ ਰਹਿੰਦਾ। ਅੱਗੇ ਆ ਚੀਜ਼ਾਂ ਥੋੜ੍ਹੀ ਸੀ ਆ, ਅੱਗੇ ਕੰਮ ਕਾਰ ਤੱਕ ਧਿਆਨ ਸੀ। ਆ ਜਿਹੜੇ ਹੁਣ ਗੱਡੀਆਂ ਮੋਟਰਸਾਈਕਲ ਸਮਾਰਦੇ ਨੇ ਜਾਂ ਕੋਈ ਹੋਰ ਕਰਦੇ ਨੇ, ਸਮਾਰ ਦੇਣਗੇ ਪਤੰਦਰ ਚੰਗੀ ਤਰ੍ਹਾਂ, ਕਿਤੇ ਕੋਈ ਵਿਰਲੇ ਹੋ ਜੀ ਦਾ ਧਿਆਨ ਨਹੀਂ ਤਾਂ ਗੱਡੀ ਦੇ ਥੱਲੇ ਪਈ ਹੈ ਨਾ। ਮੈਂ ਗੱਡੀ ਸਮਰਾਉਣ ਚ ਲੈ ਗਿਆ ਕਰਨਾ ਆਪਣੇ ਸਰਵਿਸ ਦੀ, ਜੋ ਮਿਸਤਰੀ ਥੱਲੇ ਬੜਿਆ ਪਤੰਦਰ ਨਾਭੇ ਨਿਕਲੀ ਨਹੀਂ ਥੱਲੋਂ, ਮਾਂ ਕੀ ਕਰਦਾ ਕਿੰਨਾ ਟਾਈਮ ਅੰਦਰੋਂ ਹੈੱਡਫੋਨ ਲਾਈ ਬੈਠਾ, ਉੱਪਰ ਦੇਖੀ ਜਾਵੇ, ਮੈਨੂੰ ਤਾਂ ਮਾਂ ਗੱਡੀ ਦੇਖ ਰਿਹਾ ਤਾਂ ਤੋਂ ਕਿਤੇ ਅੱਧਾ ਘੰਟਾ ਨਿਕਲੇ ਨਹੀਂ ਜਾਂ ਦੇਖੋ ਮੋਬਾਈਲ ਦੇਖਣ ਲੱਗਿਆ ਹੋਇਆ। ਲੈ ਦੱਸੋ, ਇਸ ਕਰਕੇ ਜਿਹੜਾ ਧਿਆਨ ਆ ਨਾ ਉਹ ਭਟਕ ਗਿਆ ਹੈ। ਵਿਚਾਰ ਚੱਲ ਰਹੀ ਸੀ, ਜਿਨ੍ਹਾਂ ਨੇ ਕਰੜੀਆਂ ਕਮਾਈਆਂ ਕੀਤੀਆਂ ਨੇ, ਪਤਾ ਉਹਨਾਂ ਨੂੰ ਹੁੰਦਾ ਵੀ ਕਿਵੇਂ ਸਮਝਾਉਂਦਾ ਨਾ ਸਿਆਣਾ ਬੰਦਾ, ਉਹ ਭਾਈ ਆ ਰਸਤਾ ਛੱਡਦੇ, ਆ ਰਸਤਾ ਠੀਕ ਨਹੀਂ, ਆ ਚੱਲ ਇੱਧਰੋਂ ਠੀਕ ਆ। ਸਾਡਾ ਅਗਲਾ ਕਹਿੰਦਾ ਸਾਡਾ ਸਾਰਾ ਕੁਝ ਦੇਖਿਆ, ਜਿਹੜੀਆਂ ਦਾਣੀਆਂ ਚਿੱਟੀਆਂ ਨੇ ਐਵੇਂ ਧੁੱਪ 'ਚ ਨਹੀਂ ਹੋਈਆਂ, ਆ ਸਭ ਕੁਝ ਦੇਖਿਆ ਹੋਇਆ। ਸਿਆਣਾ ਕਿਉਂ ਕਹਿੰਦੇ ਨੇ? ਇਸੇ ਕਰਕੇ ਸਿਆਣਾ ਕਹਿੰਦੇ ਨੇ, ਉਹਨਾਂ ਦੀਆਂ ਗੱਲਾਂ ਸਿਆਣੀਆਂ ਹੁੰਦੀਆਂ ਨੇ। ਕਹਿੰਦੇ ਜੋ ਉਪਜੈ ਸੋ ਆਵੈ ਜਾਏ, ਨਾਨਕ ਸਥਰ ਨਾਮ ਰਜਾਏ। ਜਿਹੜਾ ਜੰਮਿਆ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਇਹ ਨਾਨਕ ਕੇਵਲ ਸਾਹਿਬ ਦਾ ਭਾਣਾ ਹੀ ਅਮਰ ਹੈ। ਉਹ ਪਰਮੇਸ਼ਰ ਦਾ ਭਾਣਾ ਮੰਨਣਾ ਪੈਣਾ ਹੈ।
ਜਿੰਨਾ ਚਿਰ ਪਰਮੇਸ਼ਰ ਦਾ ਭਾਣਾ ਨਹੀਂ ਮੰਨਦੇ, ਮਾਫ ਕਰ ਦਿਓ, ਦੁੱਖਾਂ ਨਹੀਂ ਘੇਰ ਕੇ ਰੱਖਣਾ ਸਾਨੂੰ। ਆਖੋ ਸਤਨਾਮ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹਨੂੰ ਦੁੱਖ ਚੱਲਣੇ ਪੈਣੇ ਨੇ, ਉਹਨੂੰ ਚੋਟਾਂ ਖਾਣੀਆਂ ਪੈਣੀਆਂ ਨੇ। ਜਿਹੜੇ ਆਪਣੇ ਭਾਣੇ ਦੇ ਅੰਦਰ ਚੱਲਦੇ ਨੇ, ਆਪਣੇ ਮਨ ਦੇ ਪਿੱਛੇ ਲੱਗਦੇ ਨੇ। ਅੱਜ ਦੁਨੀਆ ਦੁਖੀ ਕਿਉਂ ਆ? ਕਿਉਂਕਿ ਬਹੁਤੇ ਮਨ ਦੇ ਪਿੱਛੇ ਲੱਗੇ ਹੋਏ, ਗੁਰੂ ਦੇ ਪਿੱਛੇ ਘੱਟ ਨੇ। ਅੱਗੇ ਕੀ ਕਹਿੰਦੇ ਨੇ? ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਇੱਕੋ ਸਰਬਰ ਕਮਲ ਅਨੂਪ, ਸਦਾ ਬਿਕਸੇ ਪਰਮਲ ਰੂਪ। ਤਲਾਬ ਵਿੱਚ ਅਦੁੱਤੀ ਅਤੇ ਸੁੰਦਰ ਕਮਲ ਹੈ, ਇਹ ਸਦੀਵ ਹੀ ਖਿੜਦਾ ਹੈ ਅਤੇ ਪਵਿੱਤਰ ਸਰੂਪ ਵਾਲਾ। ਤਲਾਬ ਵਿੱਚ ਅਦੁੱਤੀ ਸੁੰਦਰ ਕਮਲ ਹੈ। ਪਾਣੀ ਟੋਭੇ ਦੇ ਵਿੱਚ ਕਮਲ ਦਾ ਫੁੱਲ ਹੁੰਦਾ। ਦੇਖੋ ਪਾਣੀ ਤਾਂ ਗੰਦਾ ਨਾ, ਪਰ ਉਹ ਜਿਹੜਾ ਫੁੱਲ ਆ ਕਮਲ ਦਾ, ਉਹ ਬੜਾ ਵਧੀਆ ਹੁੰਦਾ ਹੈ। ਇਹ ਸਦੀਵ ਹੀ ਖਿੜਦਾ ਹੈ ਅਤੇ ਪਵਿੱਤਰ ਸਰੂਪ ਵਾਲਾ ਹੈ, ਬੜਾ ਸੋਹਣਾ ਲੱਗਦਾ ਹੈ। ਉਜਲ ਮੋਤੀ ਚੁਗੇ ਹੰਸ, ਸਰਬ ਕਲਾ ਜਗਦੀਸੈ ਅੰਸ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਰਾਜ ਹੰਸ ਉਜਲੇ ਜਵਾਹਰਤ ਜੁਗਦਾ। ਜਿਹੜਾ ਰਾਜ ਹੰਸਾ ਨਾ, ਹੰਸਾ ਉਹ ਜਵਾਹਰਤ ਮੋਤੀ ਚੁਗਦਾ ਹੈ, ਚਿੱਟਾ ਹੁੰਦਾ। ਹੁਣ ਬੰਗਲਾ ਵੀ ਚਿੱਟਾ ਹੁੰਦਾ, ਹੰਸ ਵੀ ਚਿੱਟਾ ਹੈ ਤੇ ਬੰਗਲਾ ਵੀ ਚਿੱਟਾ ਹੈ। ਹੁਣ ਤਾਂ ਸੁੱਖ ਨਾਲ ਬੰਗਲੇ ਦਿਖਦੇ ਨਹੀਂ ਹੈਗੇ। ਅੱਗੇ ਕੀਕਰਾਂ ਕੁਕਰਾਂ ਜੀ ਦੇ ਹੋਰ ਦਰਖਤਾਂ ਤੇ ਬੈਠ ਜਾਂਦੇ ਸੀ, ਹੁਣ ਘੱਟ ਨੇ। ਕੋਈ ਟਾਮਾ ਟੱਲਾ ਹੀ ਨਹੀਂ, ਮੈਂ ਤਾਂ ਨਹੀਂ ਦੇਖਿਆ ਕਦੇ ਬੰਗਲਾ ਵਿਚਾਰਾ। ਹੰਸ ਤੇ ਬੰਗਲਾ ਦੋਵੇਂ ਇੱਕੋ ਸਾਰ ਦੇ ਲੱਗਦੇ ਨੇ ਦੇਖਣ ਨੂੰ। ਉਹ ਵੀ ਚਿੱਟਾ ਹੈ ਤੇ ਉਹ ਵੀ ਚਿੱਟਾ ਹੈ। ਹੁਣ ਸਮਝਿਓ ਕਿਹੜਾ ਨੁਕਤਾ। ਜਿਹੜੀਆਂ ਰੱਬ ਰੰਗੀਆਂ ਰੂਹਾਂ ਨੇ, ਨਾਮ ਜਪਣ ਵਾਲੀਆਂ ਦੁਨਿਆਵੀ ਬੰਦੇ ਹੈ ਤਾਂ ਇੱਕੋ ਸਾਰ ਨੇ ਨਾ, ਪਰ ਉਹਨਾਂ ਦਾ ਫਰਕ ਕੀ ਆ? ਕਾਹਦਾ ਫਰਕ ਹੁੰਦਾ ਉਹਨਾਂ ਦੇ? ਕੋਈ ਉਹਨਾਂ ਦੇ ਅੰਗ ਪੈਰ ਜ਼ਿਆਦੇ ਲੱਗੇ ਹੁੰਦੇ ਨੇ? ਸਾਰਾ ਕੁਝ ਉਹੀ ਹੁੰਦਾ, ਉਸ ਤਰ੍ਹਾਂ ਦੀ ਹੁੰਦਾ, ਪਰ ਫਰਕ ਕਾਹਦਾ? ਜਿਹੜੇ ਅੰਦਰਲੇ ਵਿਚਾਰ ਨੇ ਉਹਨਾਂ ਦਾ ਫਰਕ ਹੁੰਦਾ ਹੈ। ਜਿਹੜੇ ਅੰਦਰਲੇ ਵਿਚਾਰ ਨੇ ਨਾ, ਉਹਨਾਂ ਦਾ ਫਰਕ ਹੁੰਦਾ ਹੈ। ਬੰਗਲੇ ਦਾ ਕੰਮ ਕੀ ਆ? ਉਹਨੇ ਡੱਡੀਆਂ ਲੱਭ ਕੇ ਖਾਣੀਆਂ ਨੇ, ਉਹਨੂੰ ਮਾਨ ਸਰੋਵਰ ਤੇ ਛੱਡ ਦਿਓ, ਉਹਨੇ ਹੰਸ ਮੋਤੀ ਨਹੀਂ ਲੱਭਣੇ। ਉਹਨੇ ਪਤਾ ਕੀ ਕਰਨਾ? ਉਹਨੇ ਤਾਂ ਡੱਡੀਆਂ ਦੇਖਣੇ ਵੀ ਹੈ ਡੱਡੀ ਕੋਈ ਇੱਥੇ, ਉਹ ਲੱਭਣੀ ਆ। ਜਿਹੜੇ ਹੰਸ ਨੇ ਉਹਨਾਂ ਨੇ ਕੀ ਲੱਭਣਾ? ਉਹਨਾਂ ਨੇ ਡੱਡੀਆਂ ਨਹੀਂ ਦੇਖਣੀਆਂ, ਮੱਛੀਆਂ ਨਹੀਂ ਦੇਖਣੀਆਂ, ਉਹਨਾਂ ਨੇ ਇਹ ਦੇਖਣਾ ਵੀ ਹੰਸ ਹੈ। ਹੰਸ ਨੂੰ ਚੁਗ ਲੈਂਦੇ ਨੇ। ਆਖੋ ਸਤਨਾਮ ਵਾਹਿਗੁਰੂ। ਹੰਸ ਮੋਤੀ ਨੂੰ ਚੁਗ ਲੈਂਦੇ ਨੇ। ਜਿਹੜੇ ਹੰਸ ਨੇ ਉਹਨਾਂ ਨੇ ਮੋਤੀ ਲੱਭਣੇ ਨੇ। ਹੁਣ ਸੁਣੋ, ਜਿਹੜੇ ਗੁਰਮੁਖ ਪਿਆਰੇ ਨੇ, ਨਾਮ ਜਪਣ ਵਾਲੀਆਂ ਆਤਮਾ ਰੂਹਾਂ, ਭਜਨ ਬੰਦਗੀ ਕਰਨ ਵਾਲੀਆਂ, ਉਹਨਾਂ ਨੇ ਗੁਰਮੁਖ ਪਿਆਰੇ ਚੰਗੇ ਗੁਣ, ਚੰਗੇ ਚੰਗੇ ਗੁਣ ਗ੍ਰਹਿਣ ਕਰਨੇ ਨੇ, ਚੰਗੇ ਗੁਣ ਲੱਭਣੇ ਨੇ। ਜਿਹੜੇ ਆਮ ਨੇ ਉਹਨਾਂ ਨੇ ਨਿੰਦਿਆ ਰੂਪੀ ਚੁਗਲੀ, ਕਦੇ ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਹ ਫੜ ਲਈ, ਕਿਸੇ ਨੂੰ ਕਿਵੇਂ ਕਿਵੇਂ ਕੋਈ ਨਾ ਕੋਈ ਗੱਲਾਂ ਜਾਂਦੇ ਆਉਂਦੇ ਦੀਆਂ। ਹੋਰ ਨਹੀਂ ਨਾਮ ਜਪਣ ਵਾਲੇ ਦੀ ਨਿੰਦਿਆ ਕਰੀ ਜਾਣਗੇ, ਚੁਗਲੀ ਕਰੀ ਜਾਣਗੇ। ਇਸ ਕਰਕੇ ਭਾਈ ਆਹ ਫਰਕ ਹੁੰਦਾ, ਹੋਰ ਕੋਈ ਫਰਕ ਨਹੀਂ। ਸਰੀਰ ਇੱਕੋ ਸਾਰ ਦੇ ਹੁੰਦੇ ਨੇ। ਹੰਸ ਤੇ ਬੰਗਲੇ ਦਾ ਸਰੀਰ ਇੱਕੋ ਸਾਰ ਦਾ ਹੁੰਦਾ, ਪਰ ਉਹਨਾਂ ਵਿੱਚ ਆਹ ਫਰਕ ਆ। ਹੰਸਾ ਜਿਹੜਾ ਉਹ ਮੋਤੀ ਚੁਗਦਾ, ਬੰਗਲਾ ਜਿਹੜਾ ਉਹ ਡੱਡੀਆਂ ਚੁਗਦਾ। ਇਹ ਫਰਕ ਹੁੰਦਾ ਹੈ, ਹੋਰ ਫਰਕ ਨਹੀਂ ਹੈ। ਅੱਗੇ ਸੁਣੋ। ਜੋ ਦਿਸੈ ਸੋ ਭਜੈ ਬਿਨਸੈ, ਜਲ ਬਿਨ ਸਰਬਰ ਕਮਲ ਨਾ ਦਿਸੈ ਰਹਾਉ।
महाराज जी कहते जेड़ा कोई दिसदा है वो जम्मना ते मरण दे अधीन है। जिन्ने दिसदे हैं ना सब ने मरना है, जमन मरण दे अधीन आ सारे आपां। पानी तो सखने तलाब अंदर कामल नहीं दिसदा। कहंदे जे तलाब दे विच टोबे दे विच पानी नहीं है तां गुरमुख प्यारिओ कामल दा फुल भी नहीं दिसना। बिरलै बुझै पावै भेद साखा तीन कै नित बेद। कहंदे कोई टामा जना ही इस भेद नूं जानदा ते समझदा है। वेद सदा ही तिन्ना टहणियां दा जिक्र करदे ने। नाद बिंद की सुरत समाई सतगुर सेब परपद पाई। जो निर्गुण ते सरगुण प्रभु दी ਗਿਆਤ अंदर लीन हुंदा, भाव कि ज्ञान अंदर लीन हुंदा। जो निर्गुण ते सरगुण प्रभु दी ज्ञान अंदर लीन हुंदा वो सच्चे गुरां दी टहल कमा के महान मरतबे प्राप्त कर लेंदे ने। आखो सतनाम। वो बड़े बड़े महान रुतबे प्राप्त कर लेंदे ने सतगुर दे पासों। मुक्तो रातो रंग रबातो राजन राज सदा विकसातो। जो प्रभु दी पीड़ नाल रंगिया है अति उस दे नाम दा उच्चारण करदा है, महाराज जी कहंदे भाई वो मुक्त हो जाता है। आखो सतनाम। वो मुक्त हो जाता है, अमर हो जाता। वो मुड़ के गर्भ जूनियां दे विच नहीं पैंदा, उहनूं जूनियां दे विच नहीं भटकना पैंदा। आखो सतनाम। राजन राज सदा विगसातो। ओह पातशाहां दा पातशाह है अते हमेशा खिड़िया रहिंदा है। गुलाब दे फुੱਲ वांगू वो हमेशा ही खिड़िया रहिंदा है। जे तू राखै किरपा तार बूढ़त पान तरे तार। जिस तू राखे किरपा तार। महाराज जी कहंदे अपनी मेहर करके जिसनू तू बचाउंदा है हे तारन वाले, भावें ओह डुबदा होया पत्थर होवे उसनू तू पार कर दिंदा है। आखो सतनाम। वो डुबदे पत्थरां नूं भी तार दिंदा है, क्योंकि तारनहार है ना, जिहड़ा डुबदा है उहनूं भी तार लैंदा है। आओ लास्ट पंक्तियां समाप्ति। तिर पावन मैं जोत तिर पावन मैं जानिया। कहते तिन्ना जहाना अंदर तेरा प्रकाश है अते मैं तेनू तिन्ना जहाना अंदर व्यापक अनुभव करदा। तिन्ना जहाना दे विच तेनू मैं वेख रहा हाँ। उलट पई कर कर मैं आनिया। सतगुरु जी कहते संसार वल्लों मोड़ा पाके मैं अपने आप नू अपने हिरदे विच लै आंदा। संसार वल्लों मोड़ा पा के मैं अपने आप नू अपने हिरदे विच अपने घर विच लै आंदा। ऐनस भगत करे लिव लाए नानक तिनकै लागै पाए। ऐनस भगत करे लिव लाए
नानक तिनकै लागै पाए। जो प्रेम अंदर ਭਿਜਿਆ दिन रात प्रभु की भगती कमाਉਂਦਾ है, नानक उस दे पैरी पैंदा। किड्डी निमरता का वचन गुरु नानक देव महाराज जी ने कहा। महाराज जी कहते जिहड़ा दिन रात नाम दे विच भिज के प्रभु की भगती करदा, परमेश्वर की बंदगी करदा है, मैं उस दे पैरी पैंदा हाँ, आखो सतनाम। किड्डियां किड्डियां मान वडियाइयां सतगुरु नाम जपण वालियां नूं दिंदे ने, किन्नी बंदगी करदे ने, वाहिगुरू किन्ना प्यार करदे ने सतगुरु जी। महाराज जी कहंदे मैं उन्हां दे पैरी पैना जिहड़े तेरी बंदगी करदे ने, दिन रात भजन करदे ने। आओ सेवा करया करो, सिमरन करया करो, ਉਹ परमेश्वर ਦੇ ਬਖਸ਼ਿਸ਼ ਕੀਤੇ ਹੋਏ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਆਪਣੇ ਮਨੁੱਖਾ ਜਨਮ ਨੂੰ ਭਾਈ ਸੰਸਾਰ ਦੇ ਉੱਤੇ ਆਇਆ, ਇਹਨੂੰ ਸਫਲਾ ਬਣਾ ਲਈਏ, ਇਹਨੂੰ ਲੇਖੇ ਲਾ ਲਈਏ, ਨਾਮ ਜਪ ਕੇ ਸੇਵਾ ਸਿਮਰਨ ਕਰਕੇ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਾਹਾ ਕਾਹਦਾ ਲੈਣ ਆਇਆ ਸੀ? नाम जपण दा, बंदगी करन दा, सेवा करन दा। पर ये चीज़ां नूं छड्ड के लाहा होरे ले रिहा, आखो सतनाम। कम्मां कारां दा लाहा, होर कोठियां महल माड़ियां जमीनां जायदादां, आ लाहा लैण लग गया। सो आओ नाम दा लाहा लईए, बंदगी करया करो। ਧਨਤਾ ਦੇ ਯੋਗ ਨੇ ਜਿਹੜੀਆਂ ਸੰਗਤਾਂ ਰੋਜ਼ ਪ੍ਰੇਮਮਈ ਕਥਾ ਗੁਰਬਾਣੀ ਦੀਆਂ ਵਿਚਾਰਾਂ ਸੁਣਦੀਆਂ ਨੇ, ਕਥਾ ਕੀਰਤਨ ਸਰਵਣ ਕਰਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਹੋ, ਗੁਰੂ ਦੇ ਨਾਲ ਜੁੜਦੇ ਹੋ, ਪ੍ਰੇਮ ਦੇ ਨਾਲ ਸੁਣਦੇ ਹੋ। ਜੀ ਆਇਆ, ਧੰਨਵਾਦ ਸਤਿਗੁਰੂ ਮਹਾਰਾਜ ਜੀਓ, ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕਰਦੇ ਹੋ। ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ। ਸ਼ਲੋਕ ਪਵਨ ਗੁਰੂ ਪਾਣੀ